ਸੁਣ ਸਿੰਘ ਟੈਣਾ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਪੜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਲਾ ਇਹ ਹੈ ਕਿ ਸਰਦੂਲ ਸਿਕੰਦਰ ਨੂੰ ਸਪੁਰਦ ਕਰਨ ਮੌਕੇ ਹਜ਼ਾਰਾਂ ਲੋਕ ਇਕੱਠੇ ਹੋਏ। ਲੱਖਾਂ ਸਿਧਾਣਾ ਜਿਹੜੇ ਮੋਟਰਸਾਈਕਲ ਦੇ ਉੱਤੇ ਰੈਲੀ ਵਿੱਚ ਆਇਆ, ਉਹਦੇ ਮਾਲਕ ਦੇ ਕੋਲ ਕੀਤੀ ਗਈ ਪੁੱਛਗਿੱਛ। ਕਿਸਾਨਾਂ ਦਾ ਸਾਥ ਦੇਣ ਵਾਲੇ ਹਰਿਆਣੇ ਦੇ ਵਿਧਾਇਕ ਦੇ ਘਰ ਦੇ ਵਿੱਚ ਛਾਪੇਮਾਰੀ। 23 ਮਾਰਚ ਦੇ ਮੱਦੇਨਜ਼ਰ ਕਿਸਾਨ ਕਰ ਸਕਦੇ ਨੇ ਵੱਡਾ ਐਕਸ਼ਨ। ਬਿਕਰਮ ਸਿੰਘ ਮਜੀਠੀਆ ਤੇ ਸੰਜੇ ਸਿੰਘ ਨੇ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ। 26 ਤਰੀਕ ਨੂੰ ਖੇਤੀ ਵਿਭਾਗ ਘੇਰਨ ਦਾ ਐਲਾਨ। ਕੇਂਦਰ ਸਰਕਾਰ 100 ਜਾਇਦਾਦਾਂ ਵੇਚਣ ਦੇ ਲਈ ਤਿਆਰ। ਰਵਨੀਤ ਬਿੱਟੂ ਨੇ ਟਕੈਤ ਦੇ ਉੱਤੇ ਸਵਾਲ ਚੁੱਕੇ। ਪ੍ਰਗਟ ਸਿੰਘ ਨੇ ਆਖਿਆ 2022 ਦੇ ਵਿੱਚ ਲੋਕ ਕੈਪਟਨ ਨੂੰ ਵੋਟ ਦੇਣ ਤੋਂ ਪਹਿਲਾਂ ਸੋਚਣਗੇ। ਤੇ ਆਖਰੀ ਖਬਰ ਯੋਗੇਂਦਰ ਯਾਦਵ ਨੇ ਆਖਿਆ ਅਸੀਂ ਸਰਕਾਰ ਨੂੰ ਸਭ ਕੁਝ ਸਿਖਾਵਾਂਗੇ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਟੈਣਾ ਜੀ, ਜਿਹੜੇ ਮੋਟਰਸਾਈਕਲ ਦੇ ਉੱਤੇ ਲੱਖਾ ਸਿਧਾਣਾ ਮਹਾਰਾਜ ਵਾਲੀ ਰੈਲੀ 'ਚ ਆਇਆ ਸੀ, ਉਹ ਕਹਿੰਦੇ ਤੁਹਾਡੇ ਵਰਗਾ ਮੋਟਰਸਾਈਕਲ ਸੀ, ਉਹਦਾ ਖੁਰਾ ਖੋਜ ਲੱਭਦੀ ਫਿਰਦੀ ਆ ਪੁਲਿਸ, ਕੋਈ ਪਤਾ ਲੱਗਿਆ? ਹਾਂ ਬਿਲਕੁਲ ਸਿੰਘ ਸਾਹਿਬ, ਗੱਲ ਇਹ ਹੈ ਕਿ ਮਹਾਰਾਜ ਪਿੰਡ ਵਾਲੀ ਜਿਹੜੀ ਰੈਲੀ ਹੈ ਉਹਦੇ ਵਿੱਚ ਕਾਲੇ ਰੰਗ ਦੇ ਮੋਟਰਸਾਈਕਲ ਦੇ ਉੱਤੇ ਲੱਖਾ ਸਿਧਾਣਾ ਆਇਆ ਤੇ ਫਿਰ ਉਹਦੇ ਤੇ ਗਿਆ। ਹੁਣ ਪੁਲਿਸ ਜਿਹੜੀ ਪੰਜਾਬ ਦੀ ਪੁਲਿਸ ਆ, ਉਹਨੇ ਰਾਮਪੁਰਾ ਦੇ ਵਿੱਚ ਲੈ ਕੇ ਗਈ ਆ ਭੋਲਾ ਸਿੰਘ ਨੂੰ ਫੜ ਕੇ। ਭੋਲਾ ਸਿੰਘ ਜਿਹੜਾ ਕਿ ਇਸ ਮੋਟਰਸਾਈਕਲ ਦਾ ਮਾਲਕ ਸੀ, ਜਦੋਂ ਉਹਨੂੰ ਪੁਲਿਸ ਫੜ ਕੇ ਲੈ ਗਈ, ਨਾਲ ਦੀ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਥਾਣੇ ਪਹੁੰਚ ਗਏ ਕਿ ਕਿਸੇ ਤੇ ਅਤਿਆਚਾਰ ਹੋਵੇ। ਇੱਥੇ ਭੋਲਾ ਸਿੰਘ ਨੇ ਗੱਲ ਕਹੀ ਹੈ ਪੁਲਿਸ ਨੂੰ ਵੀ ਸਾਡੇ ਘਰ ਦੇ ਕੋਲੇ ਪਾਰਕਿੰਗ ਬਣਾਈ ਗਈ ਸੀ ਤੇ ਮੇਰਾ ਪਾਰਕਿੰਗ ਦੇ ਕੋਲੋਂ ਮੋਟਰਸਾਈਕਲ ਕਦੋਂ ਗਿਆ ਤੇ ਕਦੋਂ ਆਇਆ, ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਮੈਨੂੰ ਕਿਹੜਾ ਕੋਈ ਪੁੱਛ ਕੇ ਲੈ ਕੇ ਗਿਆ। ਉਹਨੇ ਇਹ ਉੱਤਰ ਦੇ ਕੇ ਤੇ ਗੱਲ ਸਾਰਿਆ। ਤੇ ਬਾਕੀ ਇਹ ਪੁਲਿਸ ਆ ਜਿਹੜੀ ਉਹਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਨਹੀਂ, ਇਹਦੇ ਬਾਬਤ ਤਾਂ ਵਕਤ ਦੱਸੂਗਾ। ਪਰ ਲੱਖਾ ਸਿਧਾਣਾ ਜਦੋਂ 26 ਤਰੀਕ ਨੂੰ ਰੈਲੀ ਕਰਕੇ ਗਿਆ, ਉਸ ਦਿਨ ਉਹਨੇ ਅੱਧੀ ਰਾਤ ਨੂੰ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਵੀ ਕਈ ਗੱਲਾਂ ਕਹੀਆਂ ਸੀ। ਉਹਨੇ ਗੱਲ ਕਹੀ ਸੀ ਵੀ ਅੱਜ ਦਾ ਇਕੱਠ ਵੇਖ ਕੇ ਮੈਂ ਭਾਵੁਕ ਵੀ ਹੋਇਆ ਤੇ ਲੋਕ ਆ ਜਿਹੜੇ ਉਹ ਕੀ ਆਸ ਕਰਦੇ ਹੈਗੇ ਆ, ਪੰਜਾਬ ਨੂੰ ਬਚਾਉਣ ਦੇ ਲਈ ਕੀ ਕੋਸ਼ਿਸ਼ਾਂ ਕਰਦੇ, ਇਹਦੇ ਬਾਰੇ ਪਤਾ ਲੱਗਦਾ। ਉਹਨੇ ਇਹ ਗੱਲ ਕਹੀ ਸੀ ਕਿਸਾਨ ਆਗੂਆਂ ਨੂੰ ਕੋਈ ਵੱਡਾ ਵਧੀਆ ਪ੍ਰੋਗਰਾਮ ਉਲੀਕੋ ਜਿਹਦੇ ਕਰਕੇ ਜਵਾਨੀ ਤੁਹਾਡੇ ਨਾਲ ਤੁਰੇ, ਤੇ ਜੇਕਰ ਤੁਸੀਂ ਕੋਈ ਚੰਗਾ ਪ੍ਰੋਗਰਾਮ ਉਲੀਕਦੇ ਆ, ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੈਗਾ। ਸੋ ਇਸ ਕਰਕੇ ਲੱਖੇ ਸਿਧਾਣੇ ਦੇ ਵੱਲੋਂ ਜਿਹੜਾ ਮੋਟਰਸਾਈਕਲ ਵਰਤਿਆ ਗਿਆ, ਉਹਦੇ ਮਾਲਕ ਦੇ ਕੋਲੋਂ ਪੁੱਛਗਿੱਛ ਹੋ ਰਹੀ ਹੈ, ਪਰ ਕੋਈ ਬਹੁਤੀ ਵੱਡੀ ਨਹੀਂ, ਇਹ ਕੋਈ ਜਾਂ ਕਹਿ ਦਈਏ ਵੀ ਅਤਿਆਚਾਰ ਕਰਨ ਵਾਲੀ ਗੱਲ ਹੈ। ਲੋਕ ਉਸ ਮੋਟਰਸਾਈਕਲ ਦੇ ਮਾਲਕ ਦੇ ਨਾਲ ਵੀ ਖੜੇ ਆ। ਤੇ ਸਰਦੂਲ ਸਿਕੰਦਰ ਹੋਰਾਂ ਦਾ ਜਿਹੜਾ ਸਪੁਰਦੇ ਖਾਕ ਕਰਨ ਦਾ ਇਕੱਠ ਸੀ, ਉਹ ਕਿੰਨਾ ਕੁ ਹੋਇਆ ਜੀ ਉੱਥੇ? ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੀਗੇ ਸਿੰਘ ਸਾਹਿਬ। ਸਰਦੂਲ ਸਿਕੰਦਰ ਨੂੰ ਲੋਕ ਜਿੰਨੀ ਮੁਹੱਬਤ ਕਰਦੇ ਸੀਗੇ, ਸੋ ਇੰਨਾ ਇਕੱਠ ਹੋਣਾ ਸੁਭਾਵਿਕ ਸੀਗਾ, ਕੁਦਰਤੀ ਹੈ। ਜਿੰਨੀ ਲੋਕ ਮੁਹੱਬਤ ਕਰਦੇ ਆ ਉਸ ਹਿਸਾਬ ਦੇ ਨਾਲ ਲੋਕ ਲਿਖ ਕੇ ਆਏ ਆ। ਖੇੜੀ ਨੌਦ ਸਿੰਘ ਪਿੰਡ ਦੇ ਵਿੱਚ ਅੱਜ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਗਿਆ। ਪਿੰਡ ਦੇ ਸਰਪੰਚ ਦੇ ਵੱਲੋਂ ਆਪਣੀ ਜ਼ਮੀਨ ਦੇ ਵਿੱਚ ਸਪੁਰਦੇ ਖਾਕ ਕਰਵਾਇਆ ਗਿਆ, ਕਿਉਂਕਿ ਉਹਨੇ ਆਪੇ ਗੱਲ ਕਰੀ ਸੀ ਕਿ ਮੈਂ ਚਾਹੁੰਦਾ ਵੀ ਮੇਰੀ ਜ਼ਮੀਨ ਦੇ ਵਿੱਚ ਸਪੁਰਦੇ ਖਾਕ ਕੀਤਾ ਜਾਵੇ। ਸੋ ਉਹਨੇ ਆਪਣੀ ਜ਼ਮੀਨ ਦਿੱਤੀ ਹੈ ਤੇ ਉਹਦਾ ਵੀ ਇਲਾਕੇ ਦੇ ਲੋਕਾਂ ਦੇ ਵੱਲੋਂ, ਕਲਾਕਾਰ ਭਾਈਚਾਰਾ ਦੇ ਵੱਲੋਂ ਸਰਪੰਚ ਦਾ ਜਿਹੜਾ ਉਹ ਧੰਨਵਾਦ ਕੀਤਾ ਗਿਆ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਅੱਜ ਇੱਥੇ ਵੱਡੇ ਕਲਾਕਾਰ ਪਹੁੰਚੇ ਸੀਗੇ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਲੋਕ ਵੀ ਪਹੁੰਚੇ। ਸਾਧੂ ਸਿੰਘ ਧਰਮਸੋਤ ਤੇ ਹੋਰ ਕਈ ਨੇਤਾ ਜਿਹੜੇ ਉੱਥੇ ਪ੍ਰਸ਼ੰਸਕ ਵੀ ਪਹੁੰਚੇ ਆ। ਲੋਕਾਂ ਨੇ ਸਰਦੂਲ ਸਿਕੰਦਰ ਦੀ ਅਰਥੀ ਦੇ ਉੱਤੇ ਫੁੱਲਾਂ ਦਾ ਨੀਂਹ ਵਰਾਇਆ। ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅੱਜ ਖੰਨੇ ਦੇ ਵਿੱਚ। ਸੋ ਬੱਬੂ ਮਾਨ, ਗੁਰਦਾਸ ਮਾਨ, ਹੰਸਰਾਜ ਹੰਸ, ਹੋਰ ਕਈ ਵੱਡੇ ਕਲਾਕਾਰ ਆ ਜਿਹੜੇ ਉਹ ਅੱਜ ਇੱਥੇ ਮੌਕੇ ਦੇ ਉੱਤੇ ਪਹੁੰਚੇ ਸੀਗੇ। ਸੁਰਿੰਦਰ ਸ਼ਿੰਦਾ ਹੋਰੀ ਪਹੁੰਚੇ ਸੀਗੇ। ਸੋ ਸਾਰਿਆਂ ਦੀਆਂ ਅੱਖਾਂ ਨਮ ਸਿੰਘਾਂ ਸਰਦੂਲ ਸਿਕੰਦਰ ਦੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਗਿਆ ਤੇ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ, ਮੇਰਾ ਖਿਆਲ ਹੈ ਵੀ ਇਹ ਅੱਜ ਹੀ ਨਹੀਂ, ਇਹ ਬਹੁਤ ਲੰਮਾ ਸਮਾਂ ਮਹਿਸੂਸ ਹੁੰਦਾ ਰਹਿਣਾ ਜੀ। ਕਿਸਾਨਾਂ ਦਾ ਸਾਥ ਦੇਣ ਵਾਲੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨ ਵਾਲੇ MLA ਸੀ ਹਰਿਆਣੇ ਦੇ ਇੱਕ, ਉਹਨਾਂ ਦਾ ਕੀ ਹਸ਼ਰ ਹੋ ਰਿਹਾ ਹੈ? ਹਸ਼ਰ ਤਾਂ ਮਾੜਾ ਹੀ ਹੋ ਰਿਹਾ ਸਿੰਘ ਸਾਹਿਬ। ਬਲਰਾਜ ਕੁੰਡੂ ਨਾਂ ਦਾ ਇੱਕ ਵਿਧਾਇਕ ਆ ਜਿਹੜਾ ਕਿ ਆਜ਼ਾਦ ਤੌਰ ਦੇ ਉੱਤੇ ਜਿੱਤਿਆ ਸੀਗਾ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ। ਉਹਦੇ ਵੱਲੋਂ ਬਾਅਦ ਦੇ ਵਿੱਚ ਭਾਜਪਾ ਦਾ ਸਮਰਥਨ ਕੀਤਾ ਗਿਆ ਸੀ। ਜਦੋਂ ਸਰਕਾਰ ਬਣਾਉਣੀ ਸੀਗੀ BJP ਨੇ, ਪਿਛਲੇ ਦਿਨੀ ਉਹਨੇ ਆਪਦਾ ਸਮਰਥਨ ਵਾਪਸ ਲੈ ਲਿਆ ਸੀ। ਉਹਨੇ BJP ਦਾ ਖਹਿੜਾ ਛੱਡਤਾ ਸੀਗਾ। ਉਹਨੇ ਇਹ ਗੱਲ ਕਹੀ ਸੀ ਕਿ ਮੈਂ ਤਾਂ ਕਿਸਾਨੀ ਦੇ ਹੱਕ ਦੇ ਵਿੱਚ ਖੜਾ ਤੇ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ। 26 ਤਰੀਕ ਦੇ ਟਰੈਕਟਰ ਪਰੇਡ ਦੇ ਵਿੱਚ ਵੀ ਪੱਗ ਬੰਨ੍ਹ ਕੇ ਤੇ ਇਹ ਵਿਧਾਇਕ ਆ ਜਿਹੜਾ ਉਹ ਪਹੁੰਚਿਆ ਸੀਗਾ ਟਰੈਕਟਰ ਲੈ ਕੇ ਆਪਣਾ, ਤੇ BJP ਦੀ ਸਰਕਾਰ ਦੇ ਕੋਲੋਂ ਉਹਨੇ ਮੰਗ ਕੀਤੀ ਸੀਗੀ ਵੀ ਖੇਤੀ ਕਾਨੂੰਨ ਰੱਦ ਕੀਤੇ ਜਾਣ। ਉਹਨੇ ਟਿਕਰੀ ਬਾਰਡਰ ਦੇ ਉੱਤੇ ਕਿਸਾਨ ਰਸੋਈ ਵੀ ਸ਼ੁਰੂ ਕਰਵਾਈ ਸੀ। ਇਹਨਾਂ ਗੱਲਾਂ ਦੇ ਕਰਕੇ ਉਹ ਸਰਕਾਰ ਦੀ ਅੱਖ ਦੇ ਵਿੱਚ ਰੜਕ ਵੀ ਰਿਹਾ ਸੀਗਾ। ਪਤਾ ਲੱਗਾ ਵੀ ਅੱਜ ਸਵੇਰੇ 6 ਵਜੇ ਦੇ ਕਰੀਬ
ਇਹ ਜਿਹੜਾ ਬਲਰਾਜ ਕੁੱਲੂ ਵਿਧਾਇਕ ਆ, ਇਹਦਾ ਸਹੁਰੇ ਦੇ ਰਿਸ਼ਤੇਦਾਰ, ਇਹਦੇ ਦਫ਼ਤਰ, ਸਕੇ ਸੰਬੰਧੀ 30 ਤੋਂ ਵੱਧ ਥਾਵਾਂ ਦੇ ਉੱਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਦੱਸਿਆ ਨਹੀਂ ਸਕ ਗਿਆ ਵੀ ਅਸੀਂ ਕੀ ਕੁਝ ਹਾਸਲ ਕੀਤਾ, ਕਿਹੜੇ ਕਿਹੜੇ ਦਸਤਾਵੇਜ਼ ਮਿਲੇ ਆ, ਕੋਈ ਪੈਸਾ ਟਕਾ ਮਿਲਿਆ, ਕਿੰਨਾ ਕੁ ਮਿਲਿਆ, ਕੀ ਵਸੀਲੇ ਹੈਗੇ ਆ। ਪਰ ਇਹ ਗੱਲ ਪਤਾ ਲੱਗੀ ਹੈ ਵੀ ਉਹ ਇਸ ਵਕਤ ਪਰੇਸ਼ਾਨ ਵੀ ਕੀਤੇ ਜਾ ਰਹੇ ਆ ਤੇ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। 23 ਮਾਰਚ ਨੂੰ ਕਿਸਾਨ ਕੀ ਪ੍ਰੋਗਰਾਮ ਬਣਾ ਰਹੇ ਨੇ? ਸਾਹਿਬ, ਜਿਹੜੇ ਪੰਜਾਬ ਦੇ ਤੇ ਸਮੁੱਚੇ ਦੇਸ਼ ਦੇ ਕਿਸਾਨ ਆ, ਉਹ ਚਾਹੁੰਦੇ ਜੀ ਕਿ ਹੁਣ ਸਰਗਰਮ ਹੋਇਆ ਜਾਵੇ, ਕਿਉਂਕਿ ਕੇਂਦਰ ਦੀ ਸਰਕਾਰ ਤਾਂ ਵਾਪਸ ਇੱਕੋ ਗੱਲ ਕਹੀ ਜਾਂਦੀ ਵੀ ਕਾਲੇ ਕਾਨੂੰਨ ਕਹੀ ਜਾਂਦੇ, ਇਹਦੇ 'ਚ ਕਾਲਾ ਕੁਝ ਨਹੀਂ। ਅਸੀਂ ਕਹਿੰਦੇ ਆ ਕਲੌਜ਼ ਵਾਈਜ਼ ਗੱਲ ਕਰ ਲਓ, ਇਹ ਕਰਦੇ ਨਹੀਂ, ਉਹ ਤਾਂ ਇਸੇ ਗੱਲ ਕਹੀ ਜਾਂਦੇ ਆ। ਉਹ ਕਹਿੰਦੇ ਵੀ ਕਿਸਾਨਾਂ ਨੂੰ ਤਾਂ ਗੁੰਮਰਾਹ ਕੀਤਾ ਗਿਆ, ਭੜਕਾਏ ਗਏ ਹਨ, ਆਹ ਹਨ, ਉਹ ਹਨ, ਇਸ ਬੜੀਆਂ ਗੱਲਾਂ। ਉਧਰੋਂ ਨੌਜਵਾਨ ਵਰਗ ਦੀ ਇਹ ਗੱਲ ਕਹਿੰਦਾ ਵੀ ਆਪਾਂ ਬੈਠ ਕੇ ਕਿੰਨਾ ਕੁ ਚਿਰ ਡੰਗ ਟੱਪੀ ਚੱਲਾਂਗੇ। ਆਪਾਂ ਨੂੰ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ, ਸਰਕਾਰ ਦੇ ਪ੍ਰਤੀ ਕੋਈ ਨਾ ਕੋਈ ਗਤੀਵਿਧੀ ਆਰੰਭਣੀ ਚਾਹੀਦੀ ਹੈ ਤਾਂ ਜੋ ਦਬਾਅ ਬਣੇ, ਇਹ ਸਾਡੀ ਗੱਲ ਮੰਨਣ ਵਾਸਤੇ ਮਜਬੂਰ ਹੋਣ। ਜੇ ਆਪਾਂ ਇੱਦਾਂ ਹੀ ਬੈਠੇ ਰਹੇ, ਆਪਦਾ ਪ੍ਰਸ਼ਾਦਾ ਛਕ ਲਿਆ, ਸੰਗਤ ਨੂੰ ਛਕਾਤਾ, ਟਰਾਲੀ 'ਚ ਸੌਂ ਜਾਓ, ਭਾਸ਼ਣ ਸੁਣ ਲਓ, ਇਹਦਾ ਕਿੰਨਾ ਕੁ ਚਿਰ ਕੰਮ ਚੱਲੂਗਾ। ਪਰ ਹੁਣ ਪਤਾ ਲੱਗਾ ਜੀ ਕਿ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੁੰਦਾ। ਇਸ ਕਰਕੇ ਉਸ ਦਿਨ ਦੇ ਮੱਦੇਨਜ਼ਰ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਉਲੀਕਣ ਦੀ ਤਿਆਰੀ ਚੱਲ ਰਹੀ ਹੈ। ਕੁਝ ਕੁ ਕਿਸਾਨ ਆਗੂਆਂ ਨੇ ਅੱਜ ਸਾਨੂੰ ਗੱਲ ਦੱਸੀ ਹੈ, ਉਹ ਕਹਿੰਦੇ ਵੀ ਅਸੀਂ ਪੂਰੇ ਦੇਸ਼ ਦੀ ਕਿਸਾਨੀ ਨੂੰ, ਜਵਾਨੀ ਨੂੰ ਇਹ ਉਸ ਦਿਨ ਦੀ ਅਪੀਲ ਕਰਾਂਗੇ ਵੀ ਆਪਾਂ ਦਿੱਲੀ ਦੇ ਵੱਲ ਕੂਚ ਕਰਨਾ। 3 ਤਰ੍ਹਾਂ ਦੇ ਪ੍ਰੋਗਰਾਮਾਂ ਬਾਰੇ ਚਰਚਾ ਚੱਲ ਰਹੀ ਹੈ। ਇੱਕ ਤਾਂ ਇਹ ਹੈ ਵੀ ਟਰੈਕਟਰ ਮਾਰਚ ਕੀਤਾ ਜਾਵੇ ਦਿੱਲੀ ਦੇ ਵੱਲ, ਦੂਜਾ ਪ੍ਰੋਗਰਾਮ ਹੈਗਾ ਪੈਦਲ ਮਾਰਚ ਕੀਤਾ ਜਾਵੇ ਦਿੱਲੀ ਦੇ ਵੱਲ, ਤੇ ਤੀਜਾ ਪ੍ਰੋਗਰਾਮ ਹੈਗਾ ਵੀ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇ। ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਪ੍ਰੋਗਰਾਮ ਪ੍ਰਵਾਨ ਹੁੰਦਾ ਵਕਤ ਬਿਆਨ ਕਰੂਗਾ। ਪਰ ਗੱਲ ਇਹ ਹੈ ਕਿ ਤਿੰਨਾਂ ਦੇ ਵਿੱਚੋਂ ਜੇਕਰ ਕੋਈ ਵੀ ਪ੍ਰੋਗਰਾਮ ਪ੍ਰਵਾਨ ਹੋ ਗਿਆ ਤੇ 23 ਤਰੀਕ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰੱਖਣ ਹੋ ਗਿਆ, ਕੇਂਦਰ ਦੀ ਸਰਕਾਰ ਦੇ ਲਈ ਉਸੇ ਤੋਂ ਕੁਦਰਤੀ ਹੈ। ਤੇ ਬਿਕਰਮ ਮਜੀਠੀਆ ਹੋਰੀ ਨਾਲ ਉਹਨਾਂ ਦੇ ਮੇਰਾ ਖਿਆਲ ਸੰਜੇ ਸਿੰਘ ਸੀ, ਅਦਾਲਤ 'ਚ ਪੇਸ਼ੀ ਕਾਹਦੇ ਵਾਸਤੇ ਸੀ ਇਹਨਾਂ ਦੀ? ਅਸਲ ਸਾਹਿਬ, ਆਪਾਂ ਜਾਣਦੇ ਹਾਂ ਵੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਕਈ ਦੋਸ਼ ਲਾਏ ਸੀਗੇ ਲੰਘੇ ਵੇਲੇ ਦੇ ਵਿੱਚ। ਕਈ ਵਾਰੇ ਪਹਿਲਾਂ ਨਸ਼ੇ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਹੋਰਾਂ ਨੇ, ਸੰਜੇ ਸਿੰਘ ਹੋਰਾਂ ਨੇ, ਕੇਜਰੀਵਾਲ ਹੋਰਾਂ ਨੇ ਤਾਂ ਮਾਫੀ ਲਈ ਸੀ ਮੰਗ, ਤੇ ਉਸ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ ਸੀ ਵੀ ਮੈਂ ਨਹੀਂ ਮਾਫੀ ਮੰਗਦਾਗਾ, ਮੈਂ ਜਿਹੜੀ ਗੱਲ ਕਹੀ ਹੈ ਉਹ ਠੀਕ ਹੈ। ਤੇ ਇਹ ਕੇਸ ਆ ਜਿਹੜਾ ਕਿ ਮਾਨਹਾਨੀ ਦਾ ਚੱਲਦਾ ਹੈਗਾ ਲੁਧਿਆਣੇ ਦੀ ਅਦਾਲਤ ਦੇ ਵਿੱਚ। ਤੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਅੱਜ ਸੰਜੇ ਸਿੰਘ ਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਪਹੁੰਚੇ ਸੀਗੇ। ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਗੱਲ ਕਹੀ ਹੈ ਕਿ ਸੰਜੇ ਸਿੰਘ ਦੇ ਵਕੀਲ ਨੇ ਅੱਜ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਅਦਾਲਤ ਦੇ ਵਿੱਚ। ਤੇ ਬਿਕਰਮ ਮਜੀਠੀਆ ਨੇ ਗੱਲ ਕਹੀ ਹੈ ਵੀ ਸੰਜੇ ਸਿੰਘ ਨੂੰ ਦਵਲਣਾ ਆਪਾਂ ਬਹੁਤ ਆ, ਜਿਵੇਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਲਿਖਤੀ ਤੌਰ ਦੇ ਉੱਤੇ ਇਹਦੇ ਕੋਲੋਂ ਵੀ ਮਾਫੀ ਮੰਗਵਾਉਣੀ ਆ। ਇਹਨਾਂ ਨੇ ਮੇਰੇ ਮਾਣ ਦੀ ਹਾਨੀ ਕੀਤੀ ਹੈ, ਇਸ ਕਰਕੇ ਸਬਕ ਅਸੀਂ ਸਿਖਾਉਣਾ ਹੈਗਾ ਜੀ। ਕਹਿੰਦੇ ਕੇਂਦਰ ਸਰਕਾਰ ਹੁਣ ਹੋਰ ਪ੍ਰਾਪਰਟੀਜ਼ ਨੇ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀ, ਸਰਕਾਰੀ ਪ੍ਰਾਪਰਟੀਜ਼ ਨੇ, ਉਹ ਹੋਰ ਵੇਚਣ ਨੂੰ ਫਿਰਦੇ ਆ। ਕਿੰਨੀਆਂ ਕੁ ਪ੍ਰਾਪਰਟੀਆਂ ਵੇਚਣੀਆਂ ਚਾਹੁੰਦੀ ਹੈ ਸਰਕਾਰ? ਸਿੰਘ ਸਾਹਿਬ, ਜਿਹੜੀ ਤਾਂ ਗੱਲ ਕਹੀ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ, ਉਹਨੂੰ ਪੜ੍ਹ ਕੇ ਤਾਂ ਇਉਂ ਲੱਗਦਾ ਵੀ ਭਾਈ ਸ਼ਾਇਦ ਹੀ ਕੋਈ ਬਚੇ ਬਾਕੀ, ਪਰ ਬਾਕੀ ਵਕਤ ਦੱਸੂਗਾ ਵੀ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੱਲ ਕਹਿਤੀ ਹੈ ਵੀ 100 ਤੋਂ ਵੱਧ ਜਾਇਦਾਦਾਂ ਵੇਚਣ ਦੇ ਲਈ ਅਸੀਂ ਤਿਆਰ ਆ। ਮੇਰੇ ਮੂਹਰੇ ਜਿਹੜੀ ਰਿਪੋਰਟ ਪਈ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 4 ਰਣਨੀਤਿਕ ਖੇਤਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਅਸੀਂ ਸਰਕਾਰੀ ਕੰਪਨੀਆਂ ਨੂੰ ਜਾਇਦਾਦਾਂ ਵੇਚ ਦਿਆਂਗੇ। ਮੋਦੀ ਹੋਰਾਂ ਨੇ ਗੱਲ ਕਹੀ ਹੈ। ਉਹਨਾਂ ਨੇ ਕਿਹਾ ਵੀ ਸਰਕਾਰ ਦਾ ਧਿਆਨ ਆ ਜਿਹੜਾ ਉਹ ਲੋਕ ਭਲਾਈ ਦੇ ਵੱਲ ਹੋਣਾ ਚਾਹੀਦਾ, ਤੇ ਵਪਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ, ਬਿਜ਼ਨਸ ਕਰਨਾ ਸਾਡਾ ਕੰਮ ਨਹੀਂ ਹੈ। ਤੇ ਇਹ ਵੀ ਗੱਲ ਕਹੀ ਹੈ ਪ੍ਰਧਾਨ ਮੰਤਰੀ ਨੇ ਵੀ ਬੇਕਾਰ ਪਈਆਂ 100 ਜਾਇਦਾਦਾਂ ਬਾਜ਼ਾਰ ਦੇ ਵਿੱਚ ਵੇਚ ਕੇ 2.5 ਲੱਖ ਕਰੋੜ ਰੁਪਈਆ ਅਸੀਂ ਇਕੱਠਾ ਕਰਾਂਗੇ ਤੇ ਇਹਨੂੰ ਲੋਕ ਕਲਿਆਣ ਦੇ ਉੱਤੇ ਲਾਵਾਂਗੇ, ਲੋਕਾਂ ਦੇ ਫਾਇਦੇ ਵਾਸਤੇ ਇਹਦੇ ਪੈਸੇ ਦੀ ਵਰਤੋਂ ਕਰਾਂਗੇ। ਸੋ ਗੱਲ ਇਹ ਹੈ ਵੀ ਇਸ ਵਕਤ ਭਾਰਤ ਦੇ ਵਿੱਚ ਜਾਂ ਤਾਂ ਥਾਵਾਂ ਦੇ ਨਾਂ ਬਦਲੇ ਜਾ ਰਹੇ ਆ ਤੇ ਜਾਂ ਫਿਰ ਥਾਵਾਂ ਵੇਚੀਆਂ ਜਾ ਰਹੀਆਂ। ਤੇ ਹੁਣ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਵੀ ਜਿਹੜੀਆਂ ਜਾਇਦਾਦਾਂ ਵਿਹਲੀਆਂ ਪਈਆਂ, ਜਿਹੜੀਆਂ ਜਾਇਦਾਦਾਂ ਫਜ਼ੂਲ ਆ, ਜਾਇਦਾਦ ਵੀ ਫਜ਼ੂਲ ਆ ਇੱਥੇ, ਸੋ ਇਹ ਗੱਲ ਕਹੀ ਗਈ ਹੈ ਵੀ ਇਹਨਾਂ ਜਾਇਦਾਦਾਂ ਨੂੰ ਅਸੀਂ ਵੇਚਾਂਗੇ ਤੇ ਬਿਲਕੁਲ ਟਕਾ ਕੇ ਵੇਚਾਂਗੇ ਤੇ 2.5 ਲੱਖ ਕਰੋੜ ਰੁਪਈਆ ਅਸੀਂ ਇਕੱਠਾ ਕਰਾਂਗੇ ਤੇ ਬਾਅਦ ਦੇ ਵਿੱਚ ਅਸੀਂ ਲੋਕਾਂ ਦੇ ਉੱਤੇ ਖਰਚ ਕਰਾਂਗੇ। ਬਾਕੀ ਦੇਖੋ ਵਿਰੋਧੀਆਂ ਨੇ ਇਹ ਗੱਲ ਕਹੀ ਹੈ, ਕਿਉਂਕਿ ਕਾਂਗਰਸ ਨੇ ਅੱਜ ਗੱਲ ਫੇਰ ਕਹਿਤੀ ਹੈ ਵੀ ਮੋਟੇਰਾ ਸਟੇਡੀਅਮ ਦਾ ਨਾਂ ਕਰਤਾ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਦੇ ਉੱਤੇ, ਤੇ ਉਹਦਾ ਇੱਕ ਹਿੱਸਾ ਅੰਬਾਨੀਆਂ ਦੇ ਨਾਂ ਤੇ ਕਰਤਾ ਤੇ ਹਾਲੇ ਕਹਿੰਦੇ ਜੀ ਕਿ ਅਸੀਂ ਤਾਂ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਵਿਕੇ ਨਹੀਂ ਹੋਏਗੇ। ਤੇ ਰਾਹੁਲ ਗਾਂਧੀ ਨੇ ਕਿਹਾ ਵੀ ਮੈਂ ਇਸੇ ਕਰਕੇ ਕਹਿਣਾ ਵੀ ਹਮ ਦੋ ਤੇ ਹਮਾਰੇ ਦੋ ਵਾਲੀ ਸਰਕਾਰ ਹੈ। ਹਮ ਦੋ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਤੇ ਹਮਾਰੇ ਦੋ ਅੰਬਾਨੀ ਤੇ ਅਡਾਨੀ। ਨਾ ਜਿਹੜਾ ਮਟੌਰ ਸਟੇਡੀਅਮ ਦੀ ਤੁਸੀਂ ਕੱਲ੍ਹ ਖਬਰ ਦਿੱਤੀ ਸੀ, ਉਹਦਾ ਨਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਰੱਖਿਆ ਗਿਆ ਸੀ।
ਅੰਬਾਨੀ ਤੇ ਅਡਾਨੀ ਦਾ ਕੀ ਉਹਨਾਂ ਦੇ ਵਿੱਚ ਸੰਬੰਧ ਕੀ ਹੈ? ਜਦੋਂ ਇੱਕ ਹਿੱਸੇ ਦਾ ਨਾਂ ਜਿਹੜਾ ਇੱਕ ਪਾਸੇ ਨੂੰ ਕਿਹਾ ਗਿਆ ਵੀ ਇਹ ਅੰਬਾਨੀ ਜਿਹੜਾ ਕੰਪਲੈਕਸ ਹੈ ਇਧਰਲਾ ਪਾਸਾ, ਇੱਕ ਪਾਸੇ ਨੂੰ ਕਰ ਦਿੱਤਾ ਗਿਆ ਅਡਾਨੀ ਵਾਲਾ ਪਾਸਾ। ਅੱਛਾ। ਸਟੇਡੀਅਮ ਦਾ ਨਾਂ ਰੱਖ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਡੀਅਮ, ਤੇ ਜਿਹੜੇ ਵਿਚਲੇ ਕੰਪਲੈਕਸ ਹੈਗੇ ਖੇਡ ਕੰਪਲੈਕਸ ਉਹ ਹੈਗੇ ਆ ਵੱਲਭ ਭਾਈ ਪਟੇਲ ਦੇ ਨਾਂ ਦੇ ਉੱਤੇ ਹੀ। ਅੱਛਾ, ਰਵਨੀਤ ਬਿੱਟੂ ਨੇ ਕੀ ਕਿਹਾ ਟਕੈਤ ਸਾਹਿਬ ਬਾਰੇ? ਰਵਨੀਤ ਬਿੱਟੂ ਹੋਰਾਂ ਨੇ ਗੱਲ ਕਹੀ ਹੈ ਵੀ ਰਾਕੇਸ਼ ਟਕੈਤ ਦੇ ਮਗਰ ਨਾ ਲੱਗਣ ਪੰਜਾਬ ਦੇ ਕਿਸਾਨ ਨੌਜਵਾਨ, ਖਾਸ ਕਰਕੇ ਕਿਉਂਕਿ ਰਾਕੇਸ਼ ਟਕੈਤ ਨੇ ਪਿਛਲੇ ਦਿਨੀ ਕਿਹਾ ਸੀ ਵੀ 40 ਲੱਖ ਟਰੈਕਟਰ ਲੈ ਕੇ ਅਸੀਂ ਪਾਰਲੀਮੈਂਟ ਦੇ ਵੱਲ ਕੂਚ ਕਰਾਂਗੇ, ਅਸੀਂ ਉੱਥੇ ਪਾਰਲੀਮੈਂਟ ਦੀਆਂ ਪਾਰਕਾਂ ਜਿਹੜੀਆਂ ਉਹ ਵਾਹ ਕੇ ਉੱਥੇ ਫਸਲਾਂ ਬੀਜਾਂਗੇ। ਤੇ ਬਿੱਟੂ ਦੇ ਕਹਿਣ ਦੇ ਮੁਤਾਬਕ ਟਕੈਤ ਦੇ ਮਗਰ ਲੱਗ ਕੇ ਨੁਕਸਾਨ ਹੋ ਸਕਦਾ। ਟਕੈਤ ਨੇ ਇਹ ਗੱਲਾਂ ਕਹਿ ਕੇ ਭੜਕਾ ਕੇ ਤੇ ਆਪ ਪਾਸੇ ਨਿਕਲ ਜਾਣਾ ਤੇ ਫਸਦੇ ਹੁੰਦੇ ਆਮ ਲੋਕ। ਇਸ ਕਰਕੇ ਪੰਜਾਬ ਦੇ ਕਿਸਾਨ ਆਗੂ ਤੇ ਹਰਿਆਣੇ ਦੇ ਕਿਸਾਨ ਆਗੂਆਂ ਦੇ ਮਗਰ ਲੱਗੇ, ਜੇ ਲੱਗਣਾ ਤਾਂ ਟਕੈਤ ਦੇ ਮਗਰ ਤਾਂ ਪੂਰਾ ਵੀ ਨਾ ਲੱਗੇਗੀ। ਪਰ ਕਿਸਾਨਾਂ ਦਾ ਤਾਂ ਭਾਵੇਂ ਉਹ ਕਿਸੇ ਵੀ ਸੂਬੇ ਤੇ ਨੇ, ਟਕੈਤ ਸਾਹਿਬ ਤੇ ਪੂਰਨ ਭਰੋਸਾ ਹੈ। ਹਾਂ ਬਿਲਕੁਲ ਜੀ, ਪੂਰਨ ਭਰੋਸਾ ਹੈਗਾ। ਹਾਂਜੀ, ਤੇ ਭਵਿੱਖ ਦੇ ਵਿੱਚ ਦੇਖੋ ਕੀ ਕਿਹੜੀ ਮੰਗ ਦੇ ਵਿੱਚ ਕੀ ਕੁਝ ਚੱਲਦਾ, ਆਪਾਂ ਇਹਦੇ ਬਾਬਤ ਕੋਈ ਖਾਸ ਤਾਂ ਪਾ ਨਹੀਂ ਸਕਦੇ, ਪਰ ਹਾਲ ਦੀ ਘੜੀ ਤਾਂ ਪੂਰਨ ਭਰੋਸਾ ਹੈਗਾ। ਪਰ ਇਹ ਵੀ ਗੱਲ ਆ ਕਿ ਕਿਸਾਨ ਆਗੂਆਂ ਨੇ ਇਹ ਗੱਲ ਆਖੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਕੁਝ ਕਿਸਾਨ ਆਗੂਆਂ ਨੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਮਹਾਂ ਪੰਚਾਇਤਾਂ ਦੇ ਵਿੱਚ ਜੋ ਟਕੈਤ ਸਾਹਿਬ ਬਿਆਨ ਦਿੰਦੇ ਆ, ਅਸੀਂ ਪਾਰਲੀਮੈਂਟ ਵੱਲ ਟਰੈਕਟਰ ਲੈ ਕੇ ਜਾਵਾਂਗੇ, ਅਸੀਂ ਜੀ ਪਾਰਕਾਂ ਵਾਹ ਦਿਆਂਗੇ, ਅਸੀਂ ਜੀ ਦਿੱਲੀ ਦੀ ਸਿੱਖ ਦੇ ਉੱਤੇ ਟਰੈਕਟਰ ਨਚਾਵਾਂਗੇ, ਅਸੀਂ ਜੀ ਵਕਤ ਪਾ ਦਿਆਂਗੇ, ਇੱਦਾਂ ਵੀ ਇਹ ਸਾਰੇ ਉਹਨਾਂ ਦੇ ਆਪਣੇ ਬਿਆਨ ਆ। ਇਹਦੇ ਨਾਲ ਸੰਯੁਕਤ ਕਿਸਾਨ ਮੋਰਚੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਯੋਗਿੰਦਰ ਯਾਦਵ ਕੀ ਕਹਿ ਰਹੇ ਨੇ? ਯੋਗਿੰਦਰ ਯਾਦਵ ਹੋਰਾਂ ਨੇ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਜਿਵੇਂ ਹੱਟੀ ਬਣੀ ਹੋਈ ਹੈ, ਜਿਵੇਂ ਢਿੱਡਾਈ ਵਰਤ ਰਹੀ ਹੈ, ਇੱਥੇ ਪਤਾ ਲੱਗ ਜਾਂਦਾ ਵੀ ਇਹਨੂੰ ਸਿਰਫ ਵੋਟਾਂ ਦੀ ਭਾਸ਼ਾ ਸਮਝ ਆਉਂਦੀ ਹੈ, ਲੋਕਾਂ ਦੀ ਭਾਸ਼ਾ ਨਹੀਂ। ਲੋਕ ਵੇਦਨਾ ਨੂੰ ਨਹੀਂ ਇਹ ਸਮਝਦੇ, ਇਹ ਸਿਰਫ ਵੋਟਾਂ ਦੀ ਗੱਲ ਕਰਦੇ ਆ। ਤੇ ਜੇਕਰ ਇਹਨਾਂ ਨੂੰ ਵੋਟਾਂ ਦੀ ਭਾਸ਼ਾ ਹੀ ਸਮਝ ਆਉਂਦੀ ਹੈ ਤਾਂ ਫਿਰ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪੱਛਮੀ ਬੰਗਾਲ 'ਚ ਵੀ ਜਾਣਗੇ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਅਸਾਮ ਦੇ ਵਿੱਚ ਵੀ ਜਾਣਗੇ। ਦੋਵਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਾਡੇ ਉੱਤੇ ਆ ਤੇ ਇਸ ਕਰਕੇ ਯੋਗਿੰਦਰ ਯਾਦਵ ਨੇ ਕਿਹਾ ਵੀ ਅਸੀਂ ਬੀਜੇਪੀ ਨੂੰ ਧੋਬੀ ਪਟਕਾ ਲਗਾਉਣ ਦੇ ਲਈ ਤੇ ਦੋਵਾਂ ਸੂਬਿਆਂ ਦੇ ਵੱਲ ਕੂਚ ਕਰਾਂਗੇ। ਜੇ ਵੋਟਾਂ ਦੀ ਭਾਸ਼ਾ ਹੀ ਸਮਝ ਆਉਂਦੀ ਤਾਂ ਫਿਰ ਆਪਾਂ ਇਹਨਾਂ ਨੂੰ ਇਸੇ ਭਾਸ਼ਾ ਦੇ ਵਿੱਚ ਸਮਝਾਵਾਂਗੇ। ਸਰ, ਪ੍ਰਗਟ ਸਿੰਘ ਹੋਰਾਂ ਨੇ ਇੱਕ ਬੜੀ ਰੱਬ ਲੱਗਦੀ ਗੱਲ ਕੀਤੀ ਹੈ। ਅਗਲੇ ਇਲੈਕਸ਼ਨ ਦੇ ਵਿੱਚ ਜਿਹੜੀ 2022 ਦੇ ਵਿੱਚ ਇਲੈਕਸ਼ਨ ਹੋਣੀ ਹੈ ਪੰਜਾਬ ਵਿਧਾਨ ਸਭਾ ਦੀ, ਉਹ ਕਹਿੰਦੇ ਲੋਕ ਸੋਚ ਸਮਝ ਕੇ ਵੋਟਾਂ ਪਾਉਣਗੇ, ਪਹਿਲੀ ਪਰਫਾਰਮੈਂਸ ਦੇਖਣਗੇ ਕੈਪਟਨ ਸਾਹਿਬ ਦੀ। ਗੱਲ ਤਾਂ ਉਹਨਾਂ ਦੀ ਠੀਕ ਸੀ, ਕਈ ਲੋਕ ਉਹਤੇ ਇਤਰਾਜ਼ ਕਰ ਰਹੇ ਨੇ। ਕਾਂਗਰਸੀਆਂ ਦਾ, ਬਾਕੀਆਂ ਦਾ ਕੀ ਪ੍ਰਤੀਕਰਮ ਹੈ ਇਸ ਬਾਰੇ? ਦੇਖੋ ਜੀ, ਗੱਲ ਇਹ ਹੈ ਵੀ ਜਿਹੜੇ ਤਾਂ ਕੈਪਟਨ ਪੱਖੀ ਹੈ ਉਹਨਾਂ ਦੇ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਹੈ ਵੀ ਬਹੁਤ ਚੰਗਾ ਬਿਆਨ ਹੈ ਇਹ, ਕਿਉਂਕਿ ਸੁਨੀਲ ਜਾਖੜ ਹੋਰਾਂ ਨੇ ਸਥਾਨਕ ਸਰਕਾਰਾਂ ਜਿਹੜਾ ਚੋਣਾਂ ਜਿੱਤਣ ਤੋਂ ਬਾਅਦ ਇਹ ਗੱਲ ਕਹੀ ਸੀ ਵੀ ਅਗਲੀਆਂ ਚੋਣਾਂ ਦੀ ਕੈਪਟਨ ਦੀ ਅਗਵਾਈ ਕੀ ਲੜੀਆਂ ਜਾਣਗੀਆਂ, ਉਹੀ ਮੁੱਖ ਮੰਤਰੀ ਹੋਣਗੇ। ਇਸ ਗੱਲ ਦੇ ਉੱਤੇ ਇਹਨਾਂ ਨੂੰ ਵੱਟ ਵੀ ਚੜਿਆ, ਜਿਹਦੇ ਵਿੱਚ ਨਵਜੋਤ ਸਿੱਧੂ ਵੀ ਹੈ, ਉਹ ਬੇਸ਼ੱਕ ਪ੍ਰਗਟਾਵਾ ਨਹੀਂ ਕਰ ਰਿਹਾ ਪਰ ਮਨ ਦੇ ਵਿੱਚ ਤਾਂ ਗੱਲ ਚੱਲ ਹੀ ਰਹੀ ਹੈ। ਪਿਛਲੀ ਵਾਰੀ ਕੈਪਟਨ ਸਾਹਿਬ ਨੇ ਕਿਹਾ ਸੀ ਮੇਰੀ ਆਖਰੀ ਚੋਣ ਆ, ਹੁਣ ਜਾਖੜ ਹੋਰੀ ਇਹ ਗੱਲ ਕਹਿ ਰਹੇ ਵੀ ਇਹ ਅਗਲੀ ਚੋਣ ਵੀ ਇਹਨਾਂ ਦੀ ਅਗਵਾਈ 'ਚ ਲੜਾਂਗੇ। ਤੇ ਸਿੱਧੂ ਹੋਰਾਂ ਨੂੰ ਮੂਹਰੇ ਕਰਕੇ ਚੋਣ ਲੜਨ ਦਾ ਵਾਅਦਾ ਸੀਗਾ ਤੇ ਉਹਨਾਂ ਨੂੰ ਫਿਰ ਪਿੱਛੇ ਕਰਨ ਦੀ ਗੱਲ ਹੈ। ਸੋ ਇਸ ਕਰਕੇ ਮਨ ਦੇ ਵਿੱਚ ਸਵਾਲ ਤੇ ਨਾਰਾਜ਼ਗੀ ਉਹਨਾਂ ਦੀ ਵੀ ਹੋਊਗੀ। ਪਰ ਸ਼ਮਸ਼ੇਰ ਸਿੰਘ ਦੂਲੋਂ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟਾਈ ਹੈ। ਉਹ ਕਹਿ ਰਹੇ ਵੀ ਇਹ ਕੋਈ ਗੱਲ ਤਾਂ ਹੋਈ ਨਹੀਂ, ਇਹ ਜੇ ਆਪਾਂ ਪਹਿਲਾਂ ਹੀ ਫੜਾ ਮਾਰੀ ਜਾਂਦੇ ਆ, ਇਹ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਵੀ ਕੀ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ, ਕੀ ਕੈਪਟਨ ਸਰਕਾਰ ਨੇ ਸਾਰਾ ਕੁਝ ਠੀਕ ਕੀਤਾ। ਤੇ ਅੱਜ ਪੱਤਰਕਾਰਾਂ ਨੇ ਸਵਾਲ ਕੀਤਾ ਪ੍ਰਗਟ ਸਿੰਘ ਨੂੰ। ਪ੍ਰਗਟ ਸਿੰਘ ਨੇ ਕਿਹਾ ਵੀ 4 ਸਾਲ ਦੇ ਕਾਰਜਕਾਲ ਦੇ ਵਿੱਚ ਅਸੀਂ ਕੋਈ ਸੰਤੁਸ਼ਟੀਜਨਕ ਸਾਡੀ ਸਰਕਾਰ ਬਹੁਤੇ ਕੰਮ ਤਾਂ ਨਹੀਂ ਕਰ ਸਕੀ। ਜੇਕਰ ਵੋਟਾਂ ਪਾਉਣੀਆਂ ਲੋਕਾਂ ਨੇ ਤਾਂ ਲੋਕ ਇਹ ਜ਼ਰੂਰ ਸੋਚਣਗੇ ਵੀ ਕੈਪਟਨ ਸਰਕਾਰ ਨੇ ਪਿਛਲੀ ਟਰਮ ਦੇ ਵਿੱਚ ਕਿਹੋ ਜਿਹੇ ਕੰਮ ਕਾਜ ਕੀਤੇ ਆ। ਹੁਣ ਇਸ ਗੱਲ ਦੇ ਉੱਤੇ ਕੋਈ ਨਾਰਾਜ਼ ਵੀ ਹੋਣਗੇ, ਪਰ ਇਹ ਤਾਂ ਗੱਲ ਸੱਚੀ ਹੈ ਸੰਸਾਰ ਵੀ ਕੈਪਟਨ ਸਰਕਾਰ ਨੇ ਜੋ ਕੁਝ ਕਿਹਾ ਸੀ ਉਵੇਂ ਕਰਕੇ ਨਹੀਂ ਦਿਖਾਇਆ। ਲੋਕਾਂ ਨੂੰ ਇਸ ਵਕਤ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਮੁਸ਼ਕਲਾਂ ਦਾ ਨਿਵਾਰਨ ਨਹੀਂ ਕੀਤਾ ਜਾ ਰਿਹਾ ਜੀ। ਤੇ ਸਰ, ਪ੍ਰਗਟ ਸਿੰਘ ਹੁਣ MLA ਨੇ ਜਾਂ ਕੋਈ ਕੈਬਨਿਟ ਮਿਨਿਸਟਰ ਵੀ ਨੇ? ਨਹੀਂ ਜੀ ਨਹੀਂ, ਇਹ MLA ਨੇ। ਇਹ ਜਲੰਧਰ ਛਾਉਣੀ ਤੋਂ ਕਾਂਗਰਸ ਦੇ MLA ਆ ਤੇ ਨਵਜੋਤ ਸਿੰਘ ਸਿੱਧੂ ਦੇ ਦਿੱਲੀ ਦੇ ਯਾਰ ਆ ਜੀ। ਪੰਜਾਬ ਦਾ ਤੇ ਦਿੱਲੀ ਦਾ ਮੌਸਮ ਕਿਹੋ ਜਿਹਾ ਰਹਿਣਾ ਜੀ? ਸਿੰਘ ਸਾਹਿਬ, ਦਿੱਲੀ ਦੇ ਵਿੱਚ ਵੀ ਪਾਰਾ ਬੜਾ ਵੱਧ ਗਿਆ ਤੇ ਅੱਜ ਪੰਜਾਬ ਦੇ ਵਿੱਚ ਇਉਂ ਸੀ ਗਰਮੀ ਜਿਵੇਂ ਕਿ ਅਪ੍ਰੈਲ ਦਾ ਮਹੀਨਾ ਚੜ੍ਹ ਗਿਆ ਹੋਵੇ। ਅੱਜ ਮੋਹਾਲੀ ਦੇ ਵਿੱਚ 33 ਡਿਗਰੀ ਜਿਹੜਾ ਪਾਰਾ ਦਰਜ ਕੀਤਾ ਗਿਆ, ਪਠਾਨਕੋਟ ਦੇ ਵਿੱਚ 32.5, ਲੁਧਿਆਣੇ 'ਚ 32 ਤੇ ਪਟਿਆਲੇ ਦੇ ਵਿੱਚ 32 ਡਿਗਰੀ ਦਰਜ ਕੀਤਾ ਗਿਆ।
ਤੇ ਸਭ ਤੋਂ ਵੱਧ ਗਰਮਾ ਜਿਹੜਾ ਉਹ ਅੱਜ ਮੋਹਾਲੀ ਖੇਤਰ ਰਿਹਾ 33.6 ਡਿਗਰੀ ਤੇ ਦੂਜੀ ਗੱਲ ਇਹ ਹੈਗੀ ਹੈ ਜੀ ਕਿ 26 ਤੇ 27 ਤਰੀਕ ਨੂੰ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ, ਜਿਹਦੇ ਕਰਕੇ ਐਤਵਾਰ ਤੋਂ ਪੰਜਾਬ ਦੇ ਵਿੱਚ ਦਿਨ ਦੇ ਪਾਰੇ ਦੇ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਊਗੀ। ਇਹ ਪਤਾ ਲੱਗਾ ਕਿ ਰਾਤ ਦਾ ਪਾਰਾ ਵੀ ਥੋੜਾ ਜਿਹਾ ਠੰਡਕ ਦਾ ਅਹਿਸਾਸ ਕਰਾਊਗਾ, ਪਰ ਕੁਝ ਦਿਨਾਂ ਦੇ ਬਾਅਦ ਹੀ ਫਿਰ ਪਾਰਾ ਜਿਹੜਾ 30 ਡਿਗਰੀ ਨੂੰ ਪਾਰ ਕਰ ਜਾਊਗਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਜਲੰਧਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਹੁਸ਼ਿਆਰਪੁਰ ਤੇ ਲੁਧਿਆਣੇ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਹੋ ਸਕਦਾ ਕੋਈ ਸਮਾਂ ਦੇ ਉੱਤੇ ਕਿਣਮਣ ਹੋ ਜੇ। ਪਰ ਅੱਜ ਪੰਜਾਬ ਦੇ ਵਿੱਚ ਬੜੀ ਗਰਮੀ ਸੀਗੀ, 32-33 ਡਿਗਰੀ ਟੈਂਪਰੇਚਰ ਕਈ ਥਾਵਾਂ ਦੇ ਉੱਤੇ ਸੀਗਾ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਮਿਹਰਬਾਨੀ। इसका मजाक कुछ और है। Red FM